ਸੰਗਰੂਰ ਲੋਕ ਸਭਾ ਬਾਈ ਇਲੈਕਸ਼ਨ ਦੇ ਰਿਜ਼ਲਟ ਆ ਗਏ ਨੇ। ਉਸ 'ਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਚੁਣਾਵ ਹਾਰ ਗਿਆ। ਅਸੀਂ ਤੁਹਾਨੂੰ ਦੱਸ ਦਈਏ, ਆਮ ਆਦਮੀ ਪਾਰਟੀ ਹੁਣੀ ਜਿਹੜੇ ਪੰਜਾਬ ਵਿਧਾਨ ਸਭਾ ਦੇ ਚੁਣਾਵ ਹੋਏ ਸੀ ਉਸ 'ਚ ਭਾਰੀ ਬਹੁਮਤ ਨਾਲ ਜਿੱਤੀ ਸੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਮਾਨ ਗੁੱਟ ਦੇ ਸਿਮਰਜੀਤ ਸਿੰਘ ਮਾਨ ਜਿੱਤੇ ਨੇ। ਇਹ ਉਹ ਪਾਰਟੀ ਹੈ ਜਿਹੜੀ ਪਿਛਲੇ ਕਈ ਦਸ਼ਕਾਂ 'ਚ ਨਾ ਕੋਈ MLA ਦੀ ਸੀਟ ਜਿੱਤ ਪਾਈ ਸੀ, ਨਾ ਹੀ ਲੋਕ ਸਭਾ ਦੀ ਸੀਟ ਜਿੱਤ ਪਾਈ ਸੀ, ਪਰ ਸਿਮਰਜੀਤ ਸਿੰਘ ਮਾਨ ਇੱਥੋਂ ਜਿੱਤ ਗਏ ਨੇ। ਔਰ ਤੁਹਾਨੂੰ ਦੱਸੀਏ, ਇਸ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਜਿਹੜਾ ਮਤਲਬ ਕਿ ਐਕਟਰ ਵੀ ਸੀਗਾ ਔਰ ਸਿੰਗਰ ਵੀ ਸੀਗਾ, ਉਸ ਦਾ ਮਰਡਰ ਹੋ ਜਾਂਦਾ। ਔਰ ਤੁਹਾਨੂੰ ਇਹ ਵੀ ਦੱਸ ਦਈਏ, ਜਿਸ ਦਿਨ ਵੋਟਾਂ ਪਈਆਂ 23 ਤਰੀਕ ਨੂੰ ਸੰਗਰੂਰ ਲੋਕ ਸਭਾ ਦੀਆਂ ਵੋਟਾਂ ਪਈਆਂ ਔਰ ਵੋਟਾਂ ਸ਼ਾਮੀ 6 ਵਜੇ ਤੱਕ ਪਈਆਂ। 6 ਵਜੇ ਤੋਂ ਬਾਅਦ ਹੀ ਸਿੱਧੂ ਮੂਸੇਵਾਲੇ ਦਾ ਇੱਕ ਗਾਣਾ ਰਿਲੀਜ਼ ਹੁੰਦਾ ਹੈ, SYL। ਤੁਸੀਂ ਟਾਈਮਿੰਗ ਜਿਹੜਾ ਨੋਟ ਕਰਨਾ, ਜਿਹੜੀ ਮੈਂ ਗੱਲ ਕਰ ਰਿਹਾ ਆਪਸ ਵਿੱਚ ਕਨੈਕਟਿਡ ਗੱਲਾਂ ਹੈਗੀਆਂ ਵੀ ਇਲੈਕਸ਼ਨ ਦੀਆਂ ਜਿਹੜਾ ਵੋਟਾਂ ਪਈਆਂ, ਵੋਟਾਂ ਸ਼ਾਮੀ 6 ਵਜੇ ਪੈਂਦੀਆਂ। 6 ਵਜੇ ਤੋਂ ਬਾਅਦ ਇਮੀਡੀਏਟ ਇੱਕ ਗਾਣਾ ਰਿਲੀਜ਼ ਕੀਤਾ ਜਾਂਦਾ ਹੈ, SYL। ਔਰ ਇਹ ਗਾਣਾ ਚੰਦ ਘੰਟਿਆਂ 'ਚ ਕਈ ਮਿਲੀਅਨ ਵਿਊਅਰਸ਼ਿਪ ਲੈ ਜਾਂਦਾ, ਕਈ ਕਰੋੜ ਲੋਕ ਇਹਨੂੰ ਦੇਖ ਲੈਂਦੇ ਨੇ। ਉਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਲੱਗਦਾ ਹੈ ਵੀ ਇਹ ਜਿਹੜਾ ਇਹ ਇੱਕ ਨਵਾਂ ਵਿਵਾਦ ਖੜਾ ਕਰ ਰਿਹਾ ਹੈ ਗਾਣਾ। ਉਸ ਤੋਂ ਬਾਅਦ ਇਹਨੂੰ ਬੈਨ ਕਰ ਦਿੱਤਾ ਜਾਂਦਾ, SYL ਜਿਹੜਾ ਗਾਣਾ ਹੈ ਇਹਨੂੰ ਬੈਨ ਕਰ ਦਿੱਤਾ ਜਾਂਦਾ। ਇਹ ਬੜਾ ਆਪਸ 'ਚ ਇਹ ਜੁੜਿਆ ਹੋਇਆ ਮਾਮਲਾ ਹੈ। ਸੰਗਰੂਰ ਬਾਈ ਇਲੈਕਸ਼ਨ, ਸਿੱਧੂ ਮੂਸੇਵਾਲੇ ਦਾ ਕਤਲ ਔਰ SYL ਗਾਣਾ। ਅਸੀਂ ਤੁਹਾਨੂੰ ਇਹ ਵੀ ਦੱਸ ਦਈਏ, SYL ਕੋਈ ਨਵਾਂ ਇਸ਼ੂ ਨਹੀਂ ਹੈ, SYL ਬੜਾ ਪੁਰਾਣਾ ਇਸ਼ੂ ਹੈ। ਕਈ ਸਰਕਾਰਾਂ ਇਸ ਮੁੱਦੇ 'ਤੇ ਬਦਲ ਚੁੱਕੀਆਂ ਔਰ ਇਹ ਮੁੱਦਾ ਹਾਲੇ ਵੀ ਜੀਵਿਤ ਹੈ। ਔਰ ਸਿੱਧੂ ਮੂਸੇਵਾਲੇ ਦੇ ਗਾਣੇ ਨੇ ਇਹਨੂੰ ਇੱਕ ਵਾਰੀ ਫੇਰ ਚਰਚਾ ਵਿੱਚ ਲਿਆ ਦਿੱਤਾ ਗਿਆ। ਸਾਡੇ ਨਾਲ ਪ੍ਰਦੀਪ ਵਿਰਕ ਜੀ ਹੈ। ਪ੍ਰਦੀਪ ਵਿਰਕ ਐਡਵੋਕੇਟ ਹੈ ਔਰ ਪਿਛਲੇ ਕਈ ਸਾਲਾਂ ਤੋਂ ਉਹ ਲਗਾਤਾਰ ਪ੍ਰੈਕਟਿਸ ਕਰ ਰਹੇ ਨੇ ਔਰ ਉਹ ਆਪਾਂ ਉਹਨਾਂ ਤੋਂ ਜਾਣਦੇ ਹਾਂ ਵੀ ਇਹਨਾਂ ਦਾ ਆਪਸ 'ਚ ਇੰਟਰਲਿੰਕ ਕੀ ਹੈਗਾ। ਸਰ, ਜਿੱਦਾਂ ਮੈਂ ਇਹ ਟਾਈਮਿੰਗ ਦੀ ਗੱਲ ਕੀਤੀ ਹੈ ਵੀ ਸੰਗਰੂਰ ਬਾਈ ਇਲੈਕਸ਼ਨ ਹੁੰਦਾ, ਬਾਈ ਇਲੈਕਸ਼ਨ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਅਤੇ ਬਾਈ ਇਲੈਕਸ਼ਨ 'ਤੇ ਜਿੱਦਾਂ ਹੀ ਵੋਟਾਂ ਖਤਮ ਹੁੰਦੀਆਂ SYL ਗਾਣਾ ਰਿਲੀਜ਼ ਕੀਤਾ ਜਾਂਦਾ। ਹਾਲਾਂਕਿ ਗਾਣਾ ਕਈ ਕਰੋੜ ਲੋਕਾਂ ਨੇ ਦੇਖ ਲਿਆ, ਪਰ ਕੇਂਦਰ ਸਰਕਾਰ ਨੇ ਉਹਨੂੰ ਬੈਨ ਕਰ ਦਿੱਤਾ। ਇਸ ਦੀ ਟਾਈਮਿੰਗ ਨੂੰ ਲੈ ਕੇ ਕਿਤੇ ਨਾ ਕਿਤੇ ਦੋਨੋਂ ਮਾਮਲੇ ਆਪਸ ਵਿੱਚ ਜੁੜੇ ਹੋਏ ਲੱਗਦੇ ਨੇ। ਤੁਹਾਡਾ ਕੀ ਮੰਨਣਾ? ਦੇਖੋ ਜੀ, ਪਹਿਲੀ ਗੱਲ ਤਾਂ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਹੈ, ਉਸ ਤੋਂ ਪਹਿਲਾਂ ਮੈਂ ਗੱਲ ਕਲੈਰੀਫਾਈ ਕਰਨੀ ਚਾਹਾਂਗਾ ਕਿ ਮੈਂ ਐਜ਼ ਅ ਲਾਇਰ ਓਪੀਨੀਅਨ ਦੇ ਰਿਹਾ, ਆਈ ਐਮ ਨਾਟ ਅ ਪੋਲੀਟੀਕਲ ਐਨਾਲਿਸਟ। ਆਪਣੇ ਫੀਲਡ ਦੇ ਹਿਸਾਬ ਨਾਲ ਦੇ ਰਿਹਾ ਐਜ਼ ਅ ਲਾਇਰ। ਪਹਿਲੀ ਗੱਲ ਤਾਂ ਐਜ਼ ਅ ਕਾਮਨ ਮੈਨ ਮੈਂ ਫੀਲ ਕਰਦਾ ਕਾਬਿਲੇ ਤਾਰੀਫ ਹੈ ਜਿਹੜਾ ਸਿੱਧੂ ਮੂਸੇਵਾਲੇ ਦੇ ਫਾਦਰ ਵੱਲੋਂ ਇਹ ਗਾਣਾ ਇਲੈਕਸ਼ਨ ਤੋਂ ਬਾਅਦ ਰਿਲੀਜ਼ ਕੀਤਾ ਗਿਆ ਹੈ। ਇਹ ਬਹੁਤ ਉਹਨਾਂ ਨੇ ਸਿਆਣਪ ਵਰਤੀ ਹੈ, ਸਾਰੀ ਦੁਨੀਆ ਨੇ ਸਿੰਪਥਾਈਜ਼ ਕੀਤਾ ਹੈ ਔਰ ਇੱਕ ਲਾਸ ਫੀਲ ਕੀਤਾ ਹੈ ਉਸ ਫੈਮਿਲੀ ਦਾ ਆਪਣੇ ਆਪ ਨੂੰ ਹਿੱਸਾ ਮੰਨ ਕੇ। ਬਿਕੋਜ਼ ਸਿੱਧੂ ਮੂਸੇਵਾਲੇ ਵਰਗੇ ਚੰਗੇ ਕਲਾਕਾਰ ਦੀ ਮੌਤ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡਾ ਲਾਸ ਹੈ ਔਰ ਕਿਤੇ ਨਾ ਕਿਤੇ ਇਸ ਗਾਣੇ ਦੇ ਰਾਹੀਂ ਉਹਨੂੰ ਟ੍ਰਿਬਿਊਟ ਦੁਬਾਰਾ ਪੇ ਕੀਤਾ ਹੈ। ਉਸ ਮਤਲਬ ਤੁਸੀਂ ਦੇਖੋ, ਜਦੋਂ ਵਾਰੀ ਪਬਲਿਕ ਕਿਸੇ ਨੂੰ ਟ੍ਰਿਬਿਊਟ ਪੇ ਕਰਦੀ ਹੈ ਅਤੇ ਉਸ ਬੰਦੇ ਦੀ ਕੀ ਜਗ੍ਹਾ ਸੀ ਸਾਰਿਆਂ ਦੇ ਦਿਲਾਂ 'ਚ, ਉਹ ਜਗ ਜ਼ਾਹਿਰ ਹੁੰਦਾ ਹੈ। ਉਹਦੀ ਡੈਥ ਦੇ ਉੱਤੇ ਕੀ ਰਿਸਪੌਂਸ ਆਇਆ, ਕ੍ਰਿਮੇਸ਼ਨ 'ਤੇ ਕੀ ਆਇਆ, ਉਸ ਤੋਂ ਬਾਅਦ ਭੋਗ ਵੇਲੇ ਕੀ ਆਇਆ ਔਰ ਇਸ ਗਾਣੇ 'ਤੇ ਕੀ ਰਿਸਪੌਂਸ ਆਇਆ। ਇਹ ਸਾਰਾ ਕੁਝ ਸ਼ੋਅ ਕਰਦਾ, ਇੰਨੀ ਵਿਊਅਰਸ਼ਿਪ ਅਨਪ੍ਰੈਸੀਡੈਂਟਡ ਜਾਣਾ ਕਲੀਅਰਲੀ ਸ਼ੋਅ ਕਰਦਾ ਕਿ ਮੂਸੇਵਾਲਾ ਅਜੇ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਔਰ ਕਿਤੇ ਨਾ ਕਿਤੇ ਜੋ ਲੱਗਦਾ ਹੈ, ਮਤਲਬ ਜਿਹੜੇ ਸਿਚੁਏਸ਼ਨਸ ਅਰਾਈਜ਼ ਹੋਈਆਂ, ਬੇਸ਼ੱਕ ਇਸ ਗਾਣੇ ਨੂੰ ਉਸ ਤੋਂ ਬਾਅਦ ਰਿਲੀਜ਼ ਕੀਤਾ ਗਿਆ, ਕਿਤੇ ਨਾ ਕਿਤੇ ਲੋਕਾਂ ਦਾ ਉਹ ਪਿਆਰ ਜਿਹੜਾ ਸੀ ਮੂਸੇਵਾਲੇ ਲਈ, ਉਹ ਕਿਤੇ ਨਾ ਕਿਤੇ ਇਲੈਕਸ਼ਨ ਦੇ ਵਿੱਚ ਵੀ ਲੋਕਾਂ ਦੇ ਮਨਾਂ 'ਚ ਆਇਆ ਹੈ। ਭਾਵੇਂ ਐਕਸਪ੍ਰੈਸ ਉਸ ਤਰ੍ਹਾਂ ਨਹੀਂ ਹੋਇਆ ਕਿ ਕਿਸੇ ਨੇ ਉਹ ਇਸ਼ੂ ਨੂੰ ਇਸ ਹੱਦ ਤੱਕ ਰੇਜ਼ ਕੀਤਾ ਹੋਵੇ, ਬਟ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਦਾ ਆਇਆ ਹੈ ਔਰ ਇੱਕ ਨੈਸ਼ਨਲ ਲਾਸ ਮੂਸੇਵਾਲੇ ਦੀ ਡੈਥ ਨਾਲ ਹੋਇਆ ਹੈ, ਪ੍ਰੋਬੇਬਲੀ ਉਹ ਵੋਟਾਂ ਦੇ ਵਿੱਚ ਰਿਫਲੈਕਟ ਹੋਇਆ ਹੈ ਕਿ ਆਮ ਆਦਮੀ ਪਾਰਟੀ 3 ਮਹੀਨਿਆਂ ਦੇ ਵਿੱਚ ਹੀ ਪਬਲਿਕ ਮੈਂਡੇਟ ਇੰਨਾ ਲੂਜ਼ ਕਰ ਗਈ ਹੈ। ਸਰ, ਇਹ ਜਿਹੜਾ SYL ਗਾਣਾ ਹੈ, ਇਹ ਕਿਤੇ ਨਾ ਕਿਤੇ ਤੁਹਾਨੂੰ ਯਾਦ ਹੋਣਾ, ਜਟਾਨਾ ਬਲਵਿੰਦਰ ਸਿੰਘ ਜਟਾਨਾ ਇੱਕ ਟੈਰਰਿਸਟ ਸੀਗੇ। ਉਹਨਾਂ ਨੇ SYL ਦੇ ਜਿਹੜੇ ਚੀਫ ਇੰਜੀਨੀਅਰ ਸੀਗੇ ਅਤੇ ਸੁਪਰੀਡੈਂਟ ਸੀਗੇ, ਉਹਨਾਂ ਦਾ ਮਰਡਰ ਕੀਤਾ ਸੀਗਾ। ਉਸ ਤੋਂ ਬਾਅਦ ਸੈਣੀ ਬੰਬ ਬਲਾਸਟ ਵਿੱਚ ਵੀ ਉਹਨਾਂ ਦਾ ਨਾਮ ਆਇਆ ਸੀਗਾ। ਰੋਪੜ ਦੇ ਇੱਕ ਗਾਂਵ ਦੇ ਰਹਿਣ ਵਾਲੇ ਸੀ। ਉਸ ਤੋਂ ਬਾਅਦ
ਨਿਹੰਗ ਪੁੱਲਾ ਨੇ ਉਹਨਾਂ ਦੇ ਉਹ ਘਰ ਜਾ ਕੇ ਉਹਨਾਂ ਦੇ ਚਾਰੋਂ ਫੈਮਿਲੀ ਮੈਂਬਰ 4-5 ਜਿੰਨੇ ਵੀ ਸੀਗੇ ਉਹਨਾਂ ਦੇ ਪੂਰੇ ਘਰ ਨੂੰ ਅੱਗ ਲਗਾ ਦਿੱਤੀ ਸੀ ਔਰ ਕਿਸੇ ਵੀ ਫੈਮਿਲੀ ਮੈਂਬਰ ਨੂੰ ਬਾਹਰ ਨਿਕਲਣ ਨਹੀਂ ਦਿੱਤਾ ਸੀਗਾ। ਤੇ ਇਹ ਸਾਰੀਆਂ ਹੁਣ ਜਿਹੜੀਆਂ ਗੱਲਾਂ ਹੈ ਉਹ ਦੁਬਾਰਾ ਫੇਰ ਮਤਲਬ ਕਿ ਉਹ ਬਾਹਰ ਆ ਗਿਆ, ਕਿਉਂਕਿ ਉਹ ਸਾਰੀਆਂ ਗੱਲਾਂ SYL ਨਾਲ ਕਿਤੇ ਨਾ ਕਿਤੇ ਲਿੰਕ ਕਰਦੀਆਂ। ਇਸ ਗਾਣੇ ਤੋਂ ਬਾਅਦ ਇਹ ਸਾਰੀਆਂ ਗੱਲਾਂ ਹੁਣ ਚਰਚਾ ਦਾ ਵਿਸ਼ੇ ਬਣ ਗਈਆਂ। ਮੈਂ ਹਮੇਸ਼ਾ ਇੱਕ ਗੱਲ ਕਹਿਣਾ, ਤੁਸੀਂ ਕੋਈ ਇੰਟਰਵਿਊ ਦੇਖੋ ਮੇਰੀ, ਕਿ ਜੀ ਸਾਨੂੰ ਸਭ ਤੋਂ ਪਹਿਲਾਂ ਆਹ ਡਿਟਰਮਿਨ ਕਰਨਾ ਹੁੰਦਾ ਹੈ ਕਿ ਜੇ ਕਿਸੇ ਵੀ ਇਨਸਾਨ ਨੇ ਲਾਈਫ ਆਫ ਕ੍ਰਾਈਮ ਮਤਲਬ ਕ੍ਰਾਈਮ ਦਾ ਰਸਤਾ ਐਕਸੈਪਟ ਕੀਤਾ ਹੈ ਜ਼ਿੰਦਗੀ 'ਚ, ਜਾਂ ਉਹ ਰਾਹ ਫੜਿਆ ਹੈ, ਉਹ ਰਾਹ ਕਿਉਂ ਫੜਿਆ ਹੈ। ਸਾਨੂੰ ਇਹ ਚੀਜ਼ ਦੇਖਣੀ ਬਹੁਤ ਜ਼ਰੂਰੀ ਹੈ ਕਿ ਜਿਹੜੀ ਕੌਮ ਦੇਸ਼ ਭਗਤੀ ਲਈ ਮਸ਼ਹੂਰ ਹੈ, ਅੱਜ ਉਸ ਕੌਮ ਦਾ ਹੀ ਕੋਈ ਜੀ ਆਪਣੇ ਦੇਸ਼ ਦੇ ਖਿਲਾਫ ਕਿਉਂ ਖੜਾ ਹੋ ਰਿਹਾ ਹੈ। ਉਸ ਤਿਰੰਗੇ ਦੇ ਵਿੱਚ ਲਿਪਟਣ ਦਾ ਜਜ਼ਬਾ ਅੱਜ ਕਿਸੇ ਹੋਰ ਝੰਡੇ 'ਚ ਲਿਪਟਣ ਲਈ ਕਿਉਂ ਤਿਆਰ ਹੋ ਰਿਹਾ ਹੈ। ਜੇ ਤੁਸੀਂ ਵੇਖੋ, ਜਦੋਂ ਪਾਰਟੀਸ਼ਨ ਹੋਈ ਸੀ ਸਾਡੇ ਕਿੰਨੇ ਭੈਣ ਭਰਾ ਮਰੇ ਸੀ ਉਸ ਵੇਲੇ। ਅੱਜ ਮਤਲਬ ਮੈਂ ਛੋਟੇ ਹੁੰਦੇ ਆਪਣੇ ਦਾਦਾ ਜੀ ਤੋਂ ਉਹ ਦਰਦ ਭਰੇ ਕਿੱਸੇ ਸੁਣਦਾ ਰਿਹਾ। ਸੋ ਅੱਜ ਵੀ ਸਾਡੇ ਹੀ ਭਰਾਵਾਂ ਨੇ ਕਿਸੇ ਸਟੇਜ 'ਤੇ ਜ਼ਿੰਦਗੀ ਦੇ ਹਥਿਆਰ ਕਿਉਂ ਚੁੱਕੇ, ਚਟਾਨਾ ਨੇ ਵੀ ਜੇ ਹਥਿਆਰ ਚੁੱਕਿਆ ਕਿਉਂ ਚੁੱਕਿਆ, ਉਹ ਸਾਨੂੰ ਕੌਜ਼ ਲੱਭਣਾ ਔਰ ਇਹੋ ਜਿਹੇ ਲੋਕਾਂ ਨੂੰ ਉਸ ਕੌਜ਼ ਤੋਂ ਵਾਪਸ ਲਿਆ ਕੇ ਮੇਨ ਸਟ੍ਰੀਮ 'ਚ ਲਿਆਉਣਾ ਮੇਰੇ ਖਿਆਲ ਦੇ ਵਿੱਚ ਬਹੁਤ ਜ਼ਰੂਰੀ ਚੀਜ਼ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਗੈਂਗਸਟਰਸ ਆ ਰਹੇ ਹੈ। ਦੂਜੀ ਗੱਲ, ਮੰਨ ਲਓ ਜਟਾਨਾ ਨੇ ਕਿਸੇ ਨੂੰ ਮਾਰਤਾ, ਮੈਂ ਪ੍ਰੀਜ਼ਿਊਮ ਕਰਦਾ ਮਾਰਤਾ, ਕਿ ਉਹਦੀ ਫੈਮਿਲੀ ਨੂੰ ਮਾਰਨਾ ਸੀ ਜਾਂ ਉਸ ਬੰਦੇ ਨੂੰ ਕਾਨੂੰਨੀ ਤੌਰ 'ਤੇ ਤੁਸੀਂ ਅਰੈਸਟ ਕਰਕੇ ਕੇਸ ਬਣਾ ਕੇ ਕੋਰਟ ਦੇ ਵਿੱਚ ਚਲਾਨ ਦੇ ਕੇ ਉਹਨੂੰ ਕੋਰਟ ਤੋਂ ਸਜ਼ਾ ਦਿਵਾਉਣੀ ਸੀ। ਪੁਲਿਸ ਦਾ ਕੰਮ ਜੱਜ ਵਾਲਾ ਜਾਂ ਕੋਰਟ ਵਾਲਾ ਨਹੀਂ ਹੈ। ਪੁਲਿਸ ਦਾ ਕੰਮ ਹੈ ਕਿਸੇ ਵੀ ਕੇਸ ਦੀ ਤਫਤੀਸ਼ ਕਰਕੇ ਬੰਦੇ ਨੂੰ ਕੋਰਟ ਦੇ ਵਿੱਚ ਖੜਾ ਕਰਨਾ। ਇੱਥੇ ਦਾ ਪੁਲਿਸ ਨੇ ਟੋਟਲੀ ਇਲੀਗਲ ਐਕਟੀਵਿਟੀ ਸ਼ੁਰੂ ਕਰਤੀਆਂ। ਨਹੀਂ, ਪਰ ਨਿਹੰਗ ਅਜੀਤ ਸਿੰਘ ਪੁੱਲਾ ਨੇ ਜਿਹੜੀ ਉਹ ਫੈਮਿਲੀ ਚਲਾਈ ਸੀ, ਉਹ ਸਰ ਉਸ 'ਚ ਪੁਲਿਸ ਵਾਲੇ ਇਨਵੋਲਵ ਨਹੀਂ ਸੀ। ਉਸ 'ਚ ਨਿਹੰਗ ਅਜੀਤ ਸਿੰਘ ਪੁੱਲਾ ਨੇ ਉਹ ਫੈਮਿਲੀ ਚਲਾਈ ਸੀਗੀ। ਮੈਂ ਉਹੀ ਦੱਸ ਰਿਹਾ ਨਾ ਜੀ, ਜੇ ਸੁਮੇਧ ਸੈਣੀ ਨੂੰ ਡਰ ਸੀ ਕਿ ਉਹਦੇ ਜਾਂ ਇੱਕ ਡਾਊਟ ਸੀਗਾ, ਇੱਕ ਸ਼ੰਕਾ ਸੀ ਕਿ ਉਹਦੇ ਉੱਤੇ ਜੋ ਹੋਇਆ ਉਹ ਉਹਦੇ ਜਟਾਨਾ ਦੀ ਇਨਵੋਲਵਮੈਂਟ ਹੈ, ਸੋ ਨਿਹੰਗ ਅਜੀਤ ਸਿੰਘ ਪੁੱਲੇ ਵਰਗੇ ਨੂੰ ਯੂਜ਼ ਕੀਤਾ ਜਾਂਦਾ ਹੈ, ਜਿਹੜਾ ਜਾਂਦਾ ਔਰ ਸਾਰੀ ਫੈਮਿਲੀ ਨੂੰ ਐਲੀਮੀਨੇਟ ਕਰ ਦਿੰਦਾ ਹੈ। ਅਤੇ ਮੈਨੂੰ ਦੱਸੋ ਇਸ ਤੋਂ ਜ਼ਿਆਦਾ ਕ੍ਰਿਮੀਨਲ, ਵੱਡਾ ਕ੍ਰਿਮੀਨਲ ਇੱਕ ਟੈਰਰਿਸਟ ਹੋਇਆ ਜਾਂ ਸੁਮੇਧ ਸਿੰਘ ਸੈਣੀ ਹੋਇਆ। ਨਿਹੰਗ ਅਜੀਤ ਸਿੰਘ ਪੁੱਲੇ ਵਰਗੇ ਨੂੰ ਕ੍ਰੀਏਟ ਕਰਨ ਵਾਲੇ ਪੁਲਿਸ ਵਾਲਿਆਂ ਦੀ ਕੀ ਹੈਸੀਅਤ ਹੈ? ਉਹ ਕਿਹੜੀ ਕੈਟੇਗਰੀ 'ਚ ਆਉਂਦੇ ਹੈ? ਉਹ ਕ੍ਰਿਮੀਨਲਸ ਨੇ ਜਾਂ ਇਨੋਸੈਂਟ ਆਫਿਸਰਸ ਨੇ? ਇਹ ਸਭ ਤੋਂ ਵੱਡੀ ਗੱਲ ਹੈ। ਦੂਜੀ ਗੱਲ, ਅਗਲੀ ਗੱਲ, ਇਟ ਇਜ਼ ਨਾਟ, ਜਿਹੜੀ ਮੈਂ ਕਹਿਣਾ ਕਿ ਪੁੱਲਾ ਵਰਗੇ ਹਵਾ 'ਚ ਹੀ ਬਣ ਗਏ ਇੰਨੇ ਵੱਡੇ ਬੰਦੇ, ਇੰਨੇ ਵੱਡੇ ਕ੍ਰਿਮੀਨਲਸ ਓਵਰਨਾਈਟ। ਉਹਨਾਂ ਬੰਦਿਆਂ ਨੇ ਕਿਤੇ ਨਾ ਕਿਤੇ ਛੋਟੇ ਕ੍ਰਾਈਮਸ ਕੀਤੇ ਹੋਣੇ, ਇਹਨਾਂ ਅਫਸਰਾਂ ਦੇ ਨਾਲ ਰਲ ਕੇ ਵੱਡੇ ਕ੍ਰਾਈਮਸ ਕਰਨੇ ਸ਼ੁਰੂ ਕਰਤੇ, ਇਹਨਾਂ ਦੇ ਹੈਂਚਮੈਨ ਬਣ ਕੇ। ਔਰ ਤੁਸੀਂ ਵੇਖ ਲਓ, ਜਦੋਂ ਇੱਕ ਅਫਸਰ SSP ਰੈਂਕ ਤੋਂ DGP ਰੈਂਕ ਤੱਕ ਪਹੁੰਚ ਜਾਂਦਾ, ਸਿਸਟਮ ਨੂੰ ਮੈਨੀਪੂਲੇਟ ਕਰਦਾ, ਇਹੋ ਜਿਹੇ ਇਲੀਗਲ ਐਲੀਮੈਂਟਸ ਨੂੰ ਪ੍ਰੋਟੈਕਸ਼ਨ ਦਿੰਦਾ ਹੋਇਆ ਉਸ ਰੈਂਕ ਤੋਂ ਰਿਟਾਇਰ ਹੁੰਦਾ ਹੈ, ਉਹਨੇ ਇੰਨਾ ਜ਼ਿਆਦਾ ਸਿਸਟਮ ਨੂੰ ਮੈਨੀਪੂਲੇਟ ਕਰਨਾ ਸਿੱਖ ਲਿਆ ਹੁੰਦਾ ਹੈ, ਉਹਨੇ ਇਹੋ ਜਿਹੀ ਆਪਣੀ ਇੱਕ ਟੀਮ ਬਣਾ ਲਈ ਹੁੰਦੀ ਹੈ ਅਫਸਰਾਂ ਦੀ। ਅਸੀਂ ਇਸ ਫੈਕਟ ਨੂੰ ਐਕਸੈਪਟ ਕਰੀਏ ਜਾਂ ਨਾ ਕਰੀਏ, ਪਰ ਇਹ ਸੱਚਾਈ ਹੈ। ਉਹਨੂੰ ਸਿਸਟਮ ਨਾਲ ਮੈਨੀਪੂਲੇਟ ਕਰਦੇ ਦੇਖ ਕੇ ਬਹੁਤ ਸਾਰੇ ਗਲਤ ਆਫਿਸਰਸ ਵੀ ਉਹਦੇ ਨਾਲ ਜੁੜ ਜਾਂਦੇ ਆ, ਜਿਹੜੇ ਕਹਿੰਦੇ ਯਾਰ ਇਹਦੇ ਤੋਂ ਸਿੱਖੋ। ਅੱਜ ਉਹ ਆਫਿਸਰਸ ਵੀ ਤੁਸੀਂ ਦੇਖੋਗੇ ਪਾਵਰਫੁਲ ਪੋਸਟ 'ਤੇ ਬੈਠੇ ਹੈ। ਉਹਨਾਂ ਆਫਿਸਰਸ ਨੇ ਅੱਗੇ ਉਹ ਸਿਸਟਮ ਨੂੰ ਮੈਨੀਪੂਲੇਟ ਕਰਨਾ, ਔਰ ਫਾਈਨਲੀ ਸਫਰ ਕੌਣ ਕਰਦਾ ਹੈ? ਪਬਲਿਕ। ਹੁਣ ਜੇ ਸੁਮੇਧ ਸਿੰਘ ਸੈਣੀ ਤੇ ਨਿਹੰਗ ਅਜੀਤ ਸਿੰਘ ਪੁੱਲੇ ਦਾ ਵੀ ਅਸੀਂ ਲਿੰਕ ਦੇਖੀਏ, ਸਰ ਉਹਦਾ ਆਧਾਰ ਕੀ ਹੈ ਉਸ ਲਿੰਕ ਦਾ? ਮੈਂ ਆਪਸ 'ਚ ਕਿੱਦਾਂ ਜੁੜਦਾ? ਤੁਸੀਂ ਕਿੱਦਾਂ ਮਤਲਬ ਕਿ ਉਹਨੂੰ ਅਜੀਤ ਸਿੰਘ ਪੁੱਲੇ ਨੂੰ ਸੁਮੇਧ ਸਿੰਘ ਸੈਣੀ ਸਾਹਿਬ ਨਾਲ ਜੋੜ ਸਕਦੇ ਹੋ? ਮੈਂ ਹੁਣੇ ਦਿਖਾਉਣਾ, ਆ ਲਓ, ਨਿਹੰਗ ਅਜੀਤ ਸਿੰਘ ਪੁੱਲੇ ਦੇ ਫਾਦਰ ਦੀ ਓਬਿਚੁਰੀ ਹੈ ਜੋ ਅਖਬਾਰ 'ਚ ਆਈ ਸੀ। ਓਕੇ, ਇਹ ਪੁੱਲੇ ਦਾ ਨਾਂ ਹੈ, ਆਹ ਸੁਮੇਧ ਸੈਣੀ ਦਾ ਨਾਂ ਹੈ। ਠੀਕ ਹੈ ਜੀ, ਠੀਕ ਹੈ। ਤੁਹਾਨੂੰ ਅਫਸੋਸ ਨਹੀਂ ਹੋਇਆ? ਤੁਹਾਡਾ ਨਾਂ ਨਹੀਂ ਹੈ, ਮੇਰਾ ਨਾਂ ਨਹੀਂ ਹੈ, ਸੁਮੇਧ ਸੈਣੀ ਦਾ ਨਾਂ ਹੈ। ਇੱਕ ਹੋਰ ਚੀਜ਼ ਹੁੰਦੀ ਹੈ ਦਸਤਾਰਬੰਦੀ, ਜਿਹੜੀ ਸਭ ਤੋਂ ਵੱਡੇ ਬੇਟੇ ਦੀ ਹੁੰਦੀ ਹੈ। ਨਿਹੰਗ ਅਜੀਤ ਸਿੰਘ ਪੁੱਲੇ ਦੇ ਫਾਦਰ ਤੇ ਭੋਗ ਤੇ ਸੁਮੇਧ ਸਿੰਘ ਸੈਣੀ ਦੀ ਦਸਤਾਰਬੰਦੀ ਹੋਈ, ਜਿਹਦਾ ਮਤਲਬ ਸੁਮੇਧ ਸਿੰਘ ਸੈਣੀ ਉਸ ਦਾ ਵੱਡਾ ਭਰਾ ਬਣਿਆ ਹੋਇਆ। ਓਕੇ, ਠੀਕ ਹੈ, ਹੁਣੇ ਅਖਬਾਰ ਦੇ ਵਿੱਚ ਆਈ ਹੈ ਚੀਜ਼। ਸੁਮੇਧ ਸੈਣੀ ਨੇ ਕਿਤੇ ਨਹੀਂ ਆ ਚੀਜ਼ ਡਿਨਾਈ ਕੀਤੀ। ਹੁਣ ਸਭ ਤੋਂ ਤਗੜਾ ਜਿਹੜਾ ਪ੍ਰੂਫ ਹੈ, ਆਹ ਜੱਜਮੈਂਟ ਹੈ, ਆਹ ਵੈਬਸਾਈਟ ਹੈ ਜਿੱਥੋਂ ਡਾਊਨਲੋਡ ਕੀਤੀ ਹੈ, ਤੁਹਾਡੇ ਦਰਸ਼ਕ ਚਾਹੁਣ ਡਾਊਨਲੋਡ ਕਰ ਲੈਣ। ਠੀਕ ਹੈ ਜੀ, ਮੈਂ ਇਹਦੇ ਪੇजेस ਤੇ ਲੈ ਕੇ ਜਾ ਰਿਹਾ। ਆਹ ਕੁਝ ਪੇजेस ਮੈਂ ਹਾਈਲਾਈਟ ਕੀਤੇ ਆ, 2 ਪੇजेस।
ਹੁਣ ਇਹਦੇ 'ਚੋਂ ਜਸਟਿਸ ਝਾਂਜੀ ਜਿਨ੍ਹਾਂ ਨੇ ਜਜਮੈਂਟ ਜਦੋਂ 12 ਦਸੰਬਰ ਨੂੰ ਪਾਸ ਕੀਤੀ ਹੈ, ਉਹਨਾਂ ਨੇ ਬੜੀ ਕਲੀਅਰਲੀ ਆ ਕਿਹਾ ਹੈ ਕਿ ਮੈਨੂੰ ਧਮਕੀਆਂ ਮਿਲੀਆਂ, ਨਿਹੰਗ ਅਜੀਤ ਸਿੰਘ ਪੂਲਾ ਵਰਗੇ ਤੇ ਇਹਦੇ ਬੰਦੇ ਨਿਹੰਗ ਕੋਰਟ ਦੇ ਵਿੱਚ ਆ ਕੇ ਮੇਰੀ ਕੋਰਟ ਭਰਤੀ, ਮੈਨੂੰ ਚੈਂਬਰ ਦੇ ਵਿੱਚ ਰਿਟਰੀਟ ਕਰਨਾ ਪਿਆ, ਮੈਨੂੰ ਧਮਕੀਆਂ ਆ ਰਹੀਆਂ ਕਿ ਤੁਹਾਨੂੰ ਮਰਵਾ ਦੇਵਾਂਗੇ, ਫਰਨੈਸ ਦੇ ਵਿੱਚ ਸੁੱਟਵਾ ਦੇਵਾਂਗੇ, ਜਦੋਂ ਦਾ ਮੈਂ ਸੁਮੇਧ ਸੈਣੀ ਕੇਸ ਸੁਣਨ ਲੱਗਿਆ। ਔਰ ਇਹ ਅਖਬਾਰ ਦੇ ਵਿੱਚ ਵੀ ਉਸ ਵੇਲੇ ਹੋਇਆ ਹੈ। ਲਾਈਨ ਦੇਖੋ, ਪੂਲਾ who has a dubious track record is considered close to ਸੁਮੇਧ ਸਿੰਘ ਸੈਣੀ who is under a cloud in the case under hearing। ਹੁਣੇ ਜਜਮੈਂਟ 'ਚੋਂ ਮੈਂ ਲਾਈਨ ਪੜ੍ਹ ਰਿਹਾ। ਜੱਜ ਸਾਹਿਬ ਨੂੰ ਧਮਕੀ ਦਿੱਤੀ ਗਈ ਹੈ ਔਰ ਉਹਨਾਂ ਨੇ ਲਿਖਿਆ ਦੀ modus operandi thus has been to create fear psychosis। ਸੋ ਜਿੱਥੇ ਅਗਲੀ ਲਾਈਨ ਵੀ ਪੜ੍ਹ ਦੇਣਾ। The present application has come to be filed only when this court did not deter from proceeding with the case। ਜੱਜ ਸਾਹਿਬ ਨੂੰ ਧਮਕਾਇਆ ਵੀ ਜਾਂਦਾ ਹੈ, ਇਹਦੇ 'ਚ ਬੜਾ ਕਲੀਅਰ ਉਹਨਾਂ ਨੇ ਲਿਖਿਆ ਹੈ, I had also been receiving anonymous telephone calls threatening to wash away my hands from this case, and one such caller had gone to the extent of saying that I would be picked up and thrown in furnace like 3 had been thrown along with their car and scooter। ਹੁਣ ਮੈਨੂੰ ਦੱਸੋ, ਇੱਕ ਸਿਟਿੰਗ ਹਾਈ ਕੋਰਟ ਦੇ ਜੱਜ ਨੂੰ ਉਸ ਵੇਲੇ ਇੱਕ SSP ਜਾਂ DIG ਰੈਂਕ ਦਾ ਅਫਸਰ ਪੂਲੇ ਤੋਂ ਧਮਕੀਆਂ ਦਵਾ ਰਿਹਾ ਹੈ ਜਾਂ ਹੋਰ ਆਪਣੇ ਬੰਦਿਆਂ ਤੋਂ ਧਮਕੀਆਂ ਦਵਾ ਰਿਹਾ ਹੈ, ਤੇ does such an officer deserve to be an IPS officer? ਉਸ ਤੋਂ ਇਲਾਵਾ ਉਹ ਬੰਦਾ ਪ੍ਰਮੋਟ ਹੋ ਕੇ DGP ਰੈਂਕ ਤੱਕ ਜਾਂਦਾ ਹੈ ਤੇ ਨਿਹੰਗ ਅਜੀਤ ਸਿੰਘ ਪੂਲਾ ਵਰਗਾ ਜਿਹੜਾ ਸੈਣੀ ਲਈ ਇੰਨਾ ਕੁਝ ਕਰ ਗਿਆ। ਹੁਣ ਮੰਨ ਲੈਂਦੇ ਹਾਂ ਪੂਲੇ ਨੇ ਜੱਜ ਸਾਹਿਬ ਨੂੰ ਇੰਟੀਮੀਡੇਟ ਨਹੀਂ ਕੀਤਾ, ਉਹਨਾਂ ਦੀ ਕੋਰਟ ਦੇ ਵਿੱਚ ਜਿਵੇਂ ਇਹਨਾਂ ਨੇ ਲਿਖਿਆ ਹੈ ਐਂਟਰ ਦੀ ਬਲੂ ਬ੍ਰਿਗੇਡ ਕੇ ਸਾਰੇ ਕੋਰਟ ਰੂਮ 'ਚ ਆ ਗਏ ਔਰ ਕੋਰਟ ਇੰਨੀ ਭਰਤੀ ਕਿ ਮੈਨੂੰ ਰਿਟਰੀਟ ਕਰਨਾ ਪਿਆ ਚੈਂਬਰ ਦੇ ਵਿੱਚ, ਫੀਅਰ ਸਾਈਕੋਸਿਸ ਕ੍ਰੀਏਟ ਕੀਤਾ ਗਿਆ। ਮੰਨ ਲੈਂਦੇ ਹਾਂ ਜੇ ਆਹ ਸਾਰਾ ਕੁਝ ਨਿਹੰਗ ਅਜੀਤ ਸਿੰਘ ਪੂਲੇ ਨੇ ਸੁਮੇਧ ਸੈਣੀ ਦੇ ਕਿਹਾ ਨਹੀਂ ਕੀਤਾ, ਤੇ ਸੁਮੇਧ ਸੈਣੀ ਨੇ ਕੀ ਐਪਲੀਕੇਸ਼ਨ ਲਾਈ ਕੋਰਟ ਦੇ ਵਿੱਚ ਇਹ ਕਹਿਣ ਲਈ ਕਿ ਜੀ ਜੋ ਉਹਨੇ ਕੀਤਾ ਉਹਨੇ ਆਪਦੀ ਮਰਜ਼ੀ ਨਾਲ ਕੀਤਾ, ਮੇਰੇ ਕਿਹਾ ਨਹੀਂ ਕੀਤਾ? ਉਹਨੇ ਕਦੇ ਵੀ ਨਹੀਂ ਲਾਈ। ਇੱਕ ਪਾਸੇ ਉਹ ਦਸਤਾਰਬੰਦੀ ਕਰਵਾ ਰਿਹਾ ਆਪਣੀ, ਉਹਦਾ ਵੱਡਾ ਭਰਾ ਬਣ ਰਿਹਾ, ਪੂਲਾ ਉਹਦੇ ਲਈ ਆਹ ਕੰਮ ਕਰ ਰਿਹਾ, ਤੇ ਸੁਮੇਧ ਸੈਣੀ ਕਿਉਂ ਨਹੀਂ ਕਹਿੰਦਾ? ਹੀ ਸ਼ੁੱਡ ਸੇ ਕਿ ਜੀ ਨਿਹੰਗ ਅਜੀਤ ਸਿੰਘ ਪੂਲੇ ਨੇ ਜੋ ਕੀਤਾ ਸੀ ਮੇਰੇ ਕਿਹਾ ਨਹੀਂ ਕੀਤਾ, ਆਪ ਕੀਤਾ। ਉਹਨੇ ਨਹੀਂ ਕਿਹਾ। ਸੁਮੇਧ ਸੈਣੀ ਸਾਰੀ ਦੁਨੀਆ ਨੂੰ ਕਹਿੰਦਾ ਹੈ ਕਿ ਵੀ ਤੁਸੀਂ ਵੀ ਗਲਤ ਹੋ, ਤੁਸੀਂ ਵੀ ਗਲਤ ਹੋ, ਮੈਂ ਇਕੱਲਾ ਠੀਕ ਹਾਂ। ਪੂਲਾ ਕੌਣ ਸੀ? ਇੱਕ ਕਨਵਿਕਟ ਸੀ, ਸਜ਼ਾ ਹੋ ਰੱਖੀ ਸੀ ਉਹਨੂੰ। ਹੁਣ ਉਹ ਪੂਲਾ ਜਦੋਂ ਮਰਦਾ ਹੈ, ਸੁਮੇਧ ਸਿੰਘ ਸੈਣੀ ਐਸ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਉਹਦੀ ਕ੍ਰਿਮੇਸ਼ਨ, ਉਹਦਾ ਫਿਊਨਰਲ ਅਟੈਂਡ ਕਰਦਾ, ਉਹਦੀ ਕ੍ਰਿਮੇਸ਼ਨ ਅਟੈਂਡ ਕਰਨ ਜਾਂਦਾ। ਕਿਉਂ ਜਾਂਦਾ ਹੈ? ਸੁਮੇਧ ਸੈਣੀ ਕ੍ਰਿਮੀਨਲ ਦੀ ਕਿਉਂ ਅਟੈਂਡ ਕਰਨ ਜਾ ਰਿਹਾ? ਸੁਮੇਧ ਸੈਣੀ ਤਾਂ ਆਪਦੇ ਆਪ ਨੂੰ ਬੜਾ ਅਪਰਾਈਟ ਕਹਿੰਦਾ। ਇਹ ਫੋਟੋ ਗੂਗਲ ਦੇ ਉੱਤੇ ਪਈ ਹੈ, ਤੁਸੀਂ ਸਰਚ ਕਰੋ ਤੁਹਾਨੂੰ ਇਹ ਫੋਟੋ ਉੱਥੇ ਲੱਭ ਜੂਗੀ। ਵੈਸੇ ਤਾਂ ਉਹ ਡਰਦਾ ਟਰਾਇਲ ਕੋਰਟ ਦੀਆਂ ਪ੍ਰੋਸੀਡਿੰਗਸ ਦਿੱਲੀ ਨਹੀਂ ਅਟੈਂਡ ਕਰਦਾ ਕਿ ਜੀ ਮੈਨੂੰ ਬੜਾ ਖਤਰਾ ਹੈ, ਮੈਨੂੰ ਮਾਰ ਦੇਣਗੇ। ਦਿੱਲੀ ਕਿਹੜੀ ਪ੍ਰੋਸੀਡਿੰਗ ਚੱਲ ਰਹੀਆਂ ਸਰ? ਆਹੀ ਕੇਸ ਜਿਹਦੇ ਵਿੱਚ ਜਸਟਿਸ ਝਾਂਜੀ ਨੂੰ ਧਮਕਾਇਆ ਗਿਆ ਹੈ, ਇਹੋ ਹੀ ਕੇਸ ਹੈ ਜਿਹੜਾ CBI ਕੋਲ ਟ੍ਰਾਂਸਫਰ ਕੀਤਾ ਸੀ ਜਸਟਿਸ ਝਾਂਜੀ ਨੇ, ਤੇ ਜਸਟਿਸ ਝਾਂਜੀ ਨੂੰ ਸੁਮੇਧ ਸੈਣੀ ਨੇ ਧਮਕੀ ਦਵਾਈ ਪੂਲੇ ਦੇ ਥਰੂ। ਹੁਣ ਉਹੀ ਪੂਲੇ ਦੀ ਉਸੇ ਟਰਾਇਲ ਦੇ ਵਿੱਚ, ਉਹ ਟਰਾਇਲ ਦਿੱਲੀ ਚੱਲ ਰਿਹਾ, ਉੱਥੇ ਸੁਮੇਧ ਸੈਣੀ ਨੂੰ ਇੰਨਾ ਖਤਰਾ ਕਿ ਅਟੈਂਡ ਨਹੀਂ ਕਰ ਸਕਦਾ ਪ੍ਰੋਸੀਡਿੰਗ, ਪਰ ਪੂਲੇ ਵਰਗੇ ਕ੍ਰਿਮੀਨਲ ਦੀ ਕ੍ਰਿਮੇਸ਼ਨ ਅਟੈਂਡ ਕਰਨ ਜਾਂਦਾ ਐਜ਼ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ। ਸੋ ਮੈਨੂੰ ਦੱਸੋ ਸੁਮੇਧ ਸਿੰਘ ਸੈਣੀ ਤੇ ਪੂਲੇ ਦਾ ਹੋਰ ਇਸ ਤੋਂ ਵੱਧ ਸਾਨੂੰ ਲਿੰਕ ਕੀ ਚਾਹੀਦਾ ਹੈ? ਉਸ ਤੋਂ ਇਲਾਵਾ ਤੁਸੀਂ ਦੇਖੋ ਜਦੋਂ ਇਹੋ ਜਿਹੇ ਸਿਸਟਮ ਦੇ ਵਿੱਚ, ਜਿਵੇਂ ਤੁਸੀਂ ਕਿਹਾ ਫੈਮਿਲੀ ਮਾਰੀ, ਫਿਰ ਮੈਂ ਇੱਕ ਗੱਲ ਹੋਰ ਵਿੱਚ ਟੋਕ ਰਿਹਾ ਸਰ। ਅਜੀਤ ਸਿੰਘ ਪੁੱਲੇ ਦੀ ਜਿਹੜਾ ਹੱਤਿਆ ਹੋਈ, ਮਰਡਰ ਹੋਇਆ, ਉਹ ਜੇਲ੍ਹ ਦੇ ਵਿੱਚ ਹੋਇਆ ਸੀਗਾ। ਮੈਨੂੰ ਜਿੱਥੇ ਤੱਕ ਯਾਦ ਹੈ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਉਹ ਸਜ਼ਾ ਭੁਗਤ ਰਿਹਾ ਸੀ, ਕਿਸੇ ਕੇਸ ਵਿੱਚ ਅੰਦਰ ਸੀਗਾ, ਬੰਦ ਸੀਗਾ, ਤੇ ਉੱਥੇ ਉਸ ਦਾ ਮਰਡਰ ਹੋਇਆ। ਤੇ ਉਹ ਵੀ ਕਿਤੇ ਨਾ ਕਿਤੇ ਕੋਈ ਲਿੰਕ ਆਪਸ 'ਚ ਲਿੰਕ ਅਪ ਹੈ ਸੈਣੀ ਸਾਹਿਬ ਨਾਲ ਜਾਂ ਕਿਸੇ ਹੋਰ ਨਾਲ, ਪੁਲਿਸ ਅਧਿਕਾਰੀ ਨਾਲ? ਜਾਂ ਦੇਖੋ ਉਸ ਚੀਜ਼ ਦੀ ਕਿਤੇ ਚੀਜ਼ ਬਾਹਰ ਨਹੀਂ ਆਈ ਨਾ, ਉਸ ਚੀਜ਼ ਨੂੰ ਮੈਂ ਕਦੇ ਡਿਗ ਆਊਟ ਕੀਤਾ ਹੈ। ਉਹ ਮਰ ਗਿਆ, ਕਿਹਨੇ ਮਾਰਿਆ, ਕਿਉਂ ਮਾਰਿਆ, ਉਹ ਜਾਣਨ, ਮੈਨੂੰ ਉਸ ਚੀਜ਼ ਦੇ ਵਿੱਚ ਮੈਂ ਕਦੇ ਗਿਆ ਨਹੀਂ। ਬਟ ਮੈਂ ਇਹਦੇ 'ਚ ਜਿਹੜੀ ਚੀਜ਼ ਪੁਆਇੰਟ ਆਊਟ ਕਰਨੀ ਚਾਹਾਂਗਾ, ਜਿਵੇਂ ਤੁਸੀਂ ਕਿਹਾ ਹੈ ਕਿ ਫੈਮਿਲੀ ਪੂਰੀ ਮਾਰਤੀ, ਜਟਾਣਾ ਫੈਮਿਲੀ ਪੂਰੀ ਮਾਰਤੀ, ਤੁਸੀਂ ਆਪ ਸੋਚੋ ਇਹਨਾਂ ਚੀਜ਼ਾਂ ਦਾ ਕੀ ਇੰਪੈਕਟ ਜਾਂਦਾ ਹੈ। ਇੱਕ ਸੈਕਿੰਡ ਲਈ ਮੰਨ ਲੈਂਦੇ ਹਾਂ ਕਿ ਜਟਾਣਾ ਵੱਲੋਂ ਕੁਝ ਗਲਤ ਕੀਤਾ ਗਿਆ ਸੀ, ਜੇ ਉਹਨਾਂ ਵੱਲੋਂ ਕੀਤਾ ਗਿਆ ਸੋ ਤੁਸੀਂ ਉਸ ਬੰਦੇ ਨੂੰ ਪ੍ਰੋਸੀਕਿਊਸ਼ਨ ਫੇਸ ਕਰਵਾ ਲਓ ਨਾ। ਇਨੋਸੈਂਟ ਫੈਮਿਲੀ ਮੈਂਬਰਸ ਨੂੰ, ਬੱਚਿਆਂ ਨੂੰ ਮਾਰਨ ਦਾ ਜਾਂ ਲੇਡੀਜ਼ ਨੂੰ, ਘਰਦਿਆਂ ਨੂੰ ਮਾਰਨ ਦਾ ਕੀ ਹੱਕ ਹੈ ਕਿਸੇ ਨੂੰ? ਮਾਰਨ ਦਾ ਤਾਂ ਵੈਸੇ ਹੀ ਪੁਲਿਸ ਨੂੰ ਰਾਈਟ ਨਹੀਂ ਹੈ। ਇੱਥੇ ਤਾਂ ਤੁਸੀਂ ਇੱਕ ਪੂਲੇ ਵਰਗੇ ਨਿਹੰਗ ਨੂੰ ਕਹਿ ਰਹੇ ਹੋ ਕਿ ਜਾ ਕੇ ਮਾਰ ਦਿਓ, ਔਰ ਉਹ ਜਾ ਕੇ ਸਾਰਿਆਂ ਨੂੰ ਮਾਰ ਦਿੰਦਾ। ਫਿਰ ਇਹਦੀ ਤਫਤੀਸ਼ ਕਿਉਂ ਨਹੀਂ ਹੋਈ? ਅੱਜ ਜੇ ਇਹ ਜ਼ਖਮ ਅਜੇ ਤੱਕ ਨਹੀਂ ਭਰੇ ਤਾਂ ਹੀ ਦੁਬਾਰਾ ਉੱਠ ਰਹੇ ਆ ਨਾ। ਔਰ ਜਦੋਂ ਤੁਸੀਂ ਇੱਕ ਸੁਸਾਇਟੀ ਦੇ ਵਿੱਚ ਪੁਲਿਸ ਵਾਲੇ ਆਪਣੀ ਇੱਕ ਪ੍ਰਾਈਵੇਟ ਆਰਮੀ ਬਣਾ ਕੇ
ਮਰਸਨਰੀਜ਼ ਦੀ, ਇਹੋ ਜਿਹੇ ਕ੍ਰਾਈਮਸ ਸ਼ੁਰੂ ਕਰ ਦਿੰਦੇ। ਤੇ ਮੈਨੂੰ ਦੱਸੋ ਕ੍ਰਿਮੀਨਲ ਕੌਣ ਹੈ? ਕ੍ਰਿਮੀਨਲ ਉਹ ਬੰਦੇ ਆ ਜਿਨ੍ਹਾਂ ਨੇ ਹਥਿਆਰ ਚੁੱਕਿਆ, ਜਾਂ ਕ੍ਰਿਮੀਨਲ ਉਹ ਹੈ ਜਿਹੜੇ ਉਹ ਸਿਵਿਲੀਅਨਸ ਨੂੰ ਉਹਨਾਂ ਦੀ ਰੱਖਿਆ ਕਰਨ ਦੀ ਜਗ੍ਹਾ ਮਾਰਨ ਤੇ ਜਾ ਰਹੇ ਹੈ? ਇਹ ਮਤਲਬ ਸੋਚਣ ਵਾਲੀ ਗੱਲ ਹੈ। ਅੱਜ ਵੀ ਮੈਂ ਇਹੀ ਫੀਲ ਕਰਦਾ ਕਿ ਜਦੋਂ ਤੱਕ ਅਸੀਂ ਪੁਲਿਸ ਨੂੰ ਕਿਤੇ ਨਾ ਕਿਤੇ ਕੰਟਰੋਲ ਨਹੀਂ ਕਰਦੇ, ਪਬਲਿਕ ਦੇ ਵਿੱਚ ਇਹੋ ਜਿਹਾ ਰਿਸਪੌਂਸ ਪੈਦਾ ਹੁੰਦਾ ਰਹੂਗਾ। ਪ੍ਰਦੀਪ ਜੀ, ਮੈਂ ਇੱਕ ਵਾਰੀ ਫਿਰ ਰੋਕ ਰਿਹਾ। ਇਹ ਜਿਹੜੀ ਹੁਣ ਗੈਂਗਸਟਰਾਂ ਦੀ ਜਿਹੜੀ ਆਪਸੀ ਲੜਾਈ ਚੱਲ ਰਹੀ ਹੈ, ਜਿਸ ਦਾ ਸਿੱਧੂ ਮੂਸੇਵਾਲਾ ਵੀ ਸ਼ਿਕਾਰ ਹੋਇਆ, ਉਸ ਤੋਂ ਪਹਿਲਾਂ ਮਿੱਠੂ ਖੇੜਾ ਵੀ ਉਸਦਾ ਸ਼ਿਕਾਰ ਹੋਇਆ, ਕਿ ਇਸ 'ਚ ਵੀ ਪੁਲਿਸ ਅਫਸਰਾਂ ਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਹੈਗੀ ਹੈ, ਜਿੱਦਾਂ ਪਹਿਲੇ ਟੈਰਰਿਜ਼ਮ ਦੇ ਟਾਈਮ 'ਤੇ ਪੁਲਿਸ ਅਫਸਰਾਂ ਦੀ ਇਨਵੋਲਵਮੈਂਟ ਸੀਗੀ? ਦੇਖੋ, ਇਨਵੋਲਵਮੈਂਟ ਤਾਂ ਬਾਹਰ ਆਊਗੀ ਜੇ ਤਫਤੀਸ਼ ਚੱਜ ਨਾਲ ਹੋਊਗੀ। ਹੁਣ ਮੈਨੂੰ ਨਹੀਂ ਪਤਾ ਕੀ ਤਫਤੀਸ਼ ਹੋ ਰਹੀ ਹੈ, ਮੇਰੇ ਕੋਲ ਉਹਦੀਆਂ ਡਿਟੇਲਸ ਨਹੀਂ ਹੈ, ਲੇਕਿਨ ਇੱਕ ਇਨਸਾਨ ਦੀ ਸਿਕਿਉਰਿਟੀ ਘਟਾਈ ਜਾਂਦੀ ਹੈ। ਉਹ ਹੁਣ ਤੁਸੀਂ ਦੇਖੋਗੇ ਬਹੁਤ ਸਾਰੇ ਲੋਕਾਂ ਨੇ ਵੀ ਆਹੀ ਮੁੱਦੇ ਚੁੱਕੇ ਹੈ ਕਿ ਜੇ ਇੱਕ ਇਨਸਾਨ ਇੰਨੀ ਪ੍ਰੋਮੀਨੈਂਟਲੀ ਥ੍ਰੈਟ ਫੇਸ ਕਰ ਰਿਹਾ ਸੀ, ਦਿੱਲੀ ਪੁਲਿਸ ਨੇ ਵੀ ਕਿਹਾ ਕਿ ਉਹਨੂੰ ਥ੍ਰੈਟ ਸੀ, ਸੋ ਫਿਰ ਉਹਦੀ ਸਿਕਿਉਰਿਟੀ ਕਿਵੇਂ ਵਿਡਰਾਅ ਹੋਗੀ? ਔਰ ਜੇ ਵਿਡਰਾਅ ਹੋਗੀ ਤੇ ਕੀ ਕਿਸੇ ਨੂੰ ਵੀ ਨਾ ਸਿਕਿਉਰਿਟੀ ਵਿੰਗ, ਨਾ ਇੰਟੈਲੀਜੈਂਸ, ਨਾ ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੀ AGTF ਹੈ, ਇਹਨਾਂ 'ਚੋਂ ਵੀ ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਮੂਸੇਵਾਲੇ ਦੀ ਵਿਡਰਾਅ ਹੋ ਗਈ ਹੈ ਔਰ ਉਹਨੂੰ ਖਤਰਾ ਹੈ? ਦਿੱਲੀ ਪੁਲਿਸ ਕਹਿ ਰਹੀ ਹੈ ਅਸੀਂ ਇਨਪੁਟ ਦਿੱਤਾ ਸੀ। ਜੇ ਉਹ ਇਨਪੁਟ ਦਿੱਤਾ ਸੀ, ਦੇਖੋ ਕਿਸੇ ਕੋਲ 2 ਸਿਕਿਉਰਿਟੀ ਗਾਰਡਸ ਨੇ, ਸਿਕਿਉਰਿਟੀ ਗਾਰਡ ਦੀ ਡਿਊਟੀ 8 ਘੰਟੇ ਦੀ ਹੁੰਦੀ ਹੈ, ਸੋ ਇਹਦਾ ਮਤਲਬ 16 ਘੰਟੇ ਡਿਊਟੀ ਹੈ, ਉਸ ਤੋਂ ਬਾਅਦ 8 ਘੰਟੇ ਡਿਊਟੀ ਨਹੀਂ ਹੈ। ਤੁਸੀਂ ਜੇ ਕਹੋ ਜੀ ਉਹਨੂੰ 2 ਸਿਕਿਉਰਿਟੀ ਵਾਲੇ ਸੀ, ਉਹ ਨਾਲ ਚਲੇ ਜਾਂਦੇ ਤੇ ਨਾਲ 24 ਘੰਟੇ ਤਾਂ ਜਾਣੂ ਰਹੇ। ਸੋ ਇਹਦਾ ਮਤਲਬ ਜੇ ਸਿਕਿਉਰਿਟੀ ਤੁਸੀਂ ਡਾਊਨ ਸਕੇਲ ਕੀਤੀ ਹੈ, ਰੈਕੀ ਹੋਣ ਤੋਂ ਬਾਅਦ ਡਾਊਨ ਸਕੇਲ ਕੀਤੀ ਹੈ, ਸੋ ਜਾਂ ਤਾਂ ਉਸ ਲੈਪਸ ਨੂੰ ਐਡਮਿਟ ਕੀਤਾ ਜਾਵੇ ਔਰ ਰੈਕਟੀਫਾਈ ਕੀਤਾ ਜਾਵੇ, ਜਿਹੜਾ ਰੈਕਟੀਫਾਈ ਹੁਣ ਹੋ ਨਹੀਂ ਸਕਦਾ। ਤੁਸੀਂ ਪੰਜਾਬ ਪੁਲਿਸ ਨੂੰ ਸ਼ਾਬਾਸ਼ੀ ਦੋਗੇ ਸਰ? ਇਹ ਜਿਹੜਾ ਕੇਸ ਹੈਗਾ ਇਹ ਟਰੈਕ ਹੋ ਗਿਆ, ਜਿਹੜੇ ਅਕਿਊਜ਼ ਸੀਗੇ ਉਹ ਪਕੜੇ ਗਏ, ਔਰ ਇੰਨੀ ਜਲਦੀ ਟਰੈਕ ਹੋ ਗਿਆ, ਜਦ ਕਿ ਅਨਆਇਡੈਂਟੀਫਾਈ ਲੋਕ ਸੀਗੇ, ਪਤਾ ਹੀ ਨਹੀਂ ਸੀਗਾ ਕੌਣ ਕਰ ਗਿਆ, ਕਿਉਂ ਕਰ ਗਿਆ, ਕਿਸ ਲਈ ਕਰ ਗਿਆ। ਮੈਂ ਬਿਲਕੁਲ ਅੰਧੇਰੇ 'ਚ ਉਸ ਟਾਈਮ ਜਿਹੜਾ ਇਹ ਮਰਡਰ ਹੋਇਆ ਸੀਗਾ। ਟਰੈਕ ਕਿੱਥੇ ਹੋਇਆ ਹੈ? ਗੁਜਰਾਤ ਤੋਂ ਬੰਦੇ ਫੜੇ ਗਏ ਸਰ। ਦਿੱਲੀ ਪੁਲਿਸ ਨੇ ਤਾਂ ਟਰੈਕ ਕਰਨ ਦੀਆਂ ਡਿਟੇਲਸ ਦੇਤੀਆਂ, ਪੰਜਾਬ ਪੁਲਿਸ ਨੇ ਜੋ ਕੀਤਾ ਗੋਲਡੀ ਬਰਾੜ ਨਹੀਂ ਫੜਿਆ ਗਿਆ, ਬਾਕੀ ਚੀਜ਼ਾਂ ਨਹੀਂ ਅਜੇ ਆਈਆਂ। ਸੋ ਟਰੈਕ ਤਾਂ ਅਜੇ ਮੇਰੇ ਖਿਆਲ ਨਾਲ ਨਹੀਂ ਹੋਇਆ, ਮੇਨ ਬੰਦੇ ਤਾਂ ਫੜੇ ਹੀ ਨਹੀਂ ਗਏ। ਠੀਕ ਹੈ, ਦਿੱਲੀ ਪੁਲਿਸ ਨੇ ਇਨਵੈਸਟੀਗੇਸ਼ਨ ਡਿਟੇਲਸ ਦਿੱਤਾ ਹੈ। ਦੂਜੀ ਗੱਲ, ਮੈਂ ਕਿਸੇ ਵੀ ਐਂਗਲ ਤੋਂ ਮੂਸੇਵਾਲੇ ਦੇ ਕੇਸ ਦੇ ਨਾਲ ਐਸੋਸੀਏਟਡ ਨਹੀਂ ਹਾਂ, ਜਿਸ ਕਰਕੇ ਮੈਂ ਉਹਦੀਆਂ ਡਿਟੇਲਸ 'ਤੇ ਕਮੈਂਟ ਕਰ ਸਕਾਂ। ਲੇਕਿਨ ਮੈਂ ਜਿਹੜਾ ਤੁਸੀਂ SYL ਵਾਲਾ ਇਸ਼ੂ ਉਹਦੇ ਨਾਲ ਕਨੈਕਟਡ ਮੁੱਦਾ ਚੁੱਕਿਆ, ਉਹਦੇ ਵਿੱਚ ਤਾਂ ਕਿਉਂਕਿ ਐਜ਼ ਅ ਲਾਇਰ ਮੈਂ ਚੀਜ਼ਾਂ ਹੈਂਡਲ ਕੀਤੀਆਂ ਹੈ, ਸੋ ਮੈਨੂੰ ਉਹਦਾ ਆਈਡੀਆ ਹੈ ਕਿ ਪੂਲੇ ਦਾ ਕੀ ਰੋਲ ਸੀ, ਜਾਂ ਸੈਣੀ ਜਾਂ ਉਹਦੀ ਟੀਮ ਦਾ ਕੀ ਰੋਲ ਸੀ, ਉਹ ਚੀਜ਼ਾਂ ਤਾਂ ਮੈਂ ਕਹਿ ਸਕਦਾ। ਆ ਜਿਹੜੇ ਬਾਕੀ ਇਸ਼ੂਜ਼ ਨੇ, ਕਿਤੇ ਨਾ ਕਿਤੇ ਮੂਸੇਵਾਲੇ ਦੇ ਕਤਲ ਨਾਲ ਜੇ ਪਬਲਿਕ ਰਿਸਪੌਂਸ ਆਇਆ ਹੈ ਤੇ ਉਹਦਾ ਲੈਟ ਦਾ ਪਬਲਿਕ ਡਿਸਾਈਡ। ਉਹਦੇ ਵਿੱਚ ਬਰਗਾੜੀ ਔਰ ਬਹਿਬਲ ਕਲਾਂ ਵਾਲੇ ਕੇਸ 'ਚ ਤੁਸੀਂ ਕਾਫੀ ਜ਼ਿਆਦਾ ਇਨਵੋਲਵ ਸੀਗੇ, ਤੁਸੀਂ ਕੋਰਟ 'ਚ ਵੀ ਪੇਸ਼ ਹੋਏ, ਤੁਸੀਂ ਕਈ ਵਾਰੀ ਮੈਨੂੰ ਇੰਟਰਵਿਊ ਵੀ ਦਿੱਤੀ ਆ। ਉਹ ਮਾਮਲਾ ਹੁਣ ਕਿੱਥੇ ਤੱਕ ਪਹੁੰਚਿਆ? ਉਹਦੇ ਵਿੱਚ ਅਜੇ ਤਾਂ ਐਜ਼ ਅ ਲਾਇਰ ਤਾਂ ਮੈਂ ਉਹਦੇ 'ਚ ਨਹੀਂ ਹੁਣ ਪੇਸ਼ ਹੋਇਆ। ਉਹਦੇ 'ਚ ਤਾਂ ਐਜ਼ ਅ ਇਨ ਜੁਲਾਈ ਦੇ ਫਰਸਟ ਵੀਕ ਦੇ, ਮਤਲਬ ਉਹ ਜੱਜਮੈਂਟ ਰਿਜ਼ਰਵਡ ਹੈ, ਹੋ ਸਕਦਾ ਜੁਲਾਈ ਦੇ ਵਿੱਚ ਉਹ ਪ੍ਰੋਨਾਊਂਸ ਹੋਵੇ। ਜਿਹੜੀ ਕੁਐਸ਼ਨਿੰਗ ਦੀ ਉਹਦੇ 'ਚ ਸਰਕਾਰ ਨੇ ਆਪਣੇ ਵੱਲੋਂ ਡਿਫੈਂਡ ਕੀਤਾ, ਐਂਡ ਜੋ ਮੈਨੂੰ ਕੋਰਟ ਦੇ ਵਿੱਚ ਉਦੋਂ ਪਤਾ ਲੱਗਿਆ ਸੀ ਕਿ ਪ੍ਰੋਬਬਲੀ ਮਿਸਟਰ ਕੁਮਾਰ ਵੱਲੋਂ ਕੋਈ ਇੰਡੀਪੈਂਡੈਂਟ ਲਾਇਰ ਪੇਸ਼ ਹੋਇਆ। ਸੋ ਕੀ ਆਰਗੂਮੈਂਟਸ ਗਏ ਆ ਉਹ ਤਾਂ ਹੁਣ ਜੱਜਮੈਂਟ ਆਊਗੀ, ਉਦੋਂ ਪਤਾ ਲੱਗੂਗਾ ਕੀ ਆਊਟਕਮ ਹੁੰਦੀ ਹੈ ਉਸ ਕੇਸ ਦੀ। ਪਰ ਉਹਦੇ ਵਿੱਚ ਮੇਨ ਗੱਲ ਮੈਂ ਫਿਰ ਕਹਾਂਗਾ ਕਿ ਕਿਤੇ ਨਾ ਕਿਤੇ ਜਿੱਥੇ ਅਸੀਂ ਦੇਖੀਏ ਕਿ ਸੁਮੇਧ ਸਿੰਘ ਸੈਣੀ ਵਰਗੇ ਟ੍ਰਿਗਰ ਹੈਪੀ ਕੌਪਸ ਰਹੇ ਹੈ, ਜਿਹੜੇ ਪੁਲਿਸ ਵਾਲਿਆਂ ਨੇ ਆਪਣੀ ਲਿਮਿਟ ਕ੍ਰਾਸ ਕਰਦੇ ਹੋਏ ਕਿ ਅਸੀਂ ਲੀਗਲ ਕੰਮ ਕਰ ਰਹੇ ਹਾਂ, ਇਲੀਗਲ ਕਦੇ ਸੋਚਿਆ ਨਹੀਂ, ਔਰ ਕਿਸੇ ਵੀ ਹੱਦ ਤੱਕ ਦੇ ਕੰਮ ਕਰਤੇ, ਉੱਥੇ ਅਸੀਂ ਇਹ ਦੇਖਾਂਗੇ ਕਿ ਇਹਨਾਂ ਕੰਮਾਂ ਦੇ ਵਿੱਚ ਉਹਨੇ ਇਹੋ ਜਿਹੇ ਆਫਿਸਰਸ ਨੂੰ ਵੀ ਬਰੀਡ ਕਰ ਲਿਆ। ਹੁਣ ਜਿਵੇਂ ਪੂਲੇ ਦੇ ਨਾਲ ਤੁਸੀਂ ਨੈੱਟ 'ਤੇ ਸਰਚ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਇੱਕ ਬੜੀ ਇੰਟਰਸਟਿੰਗ ਚੀਜ਼ ਆਉਂਦੀ ਹੈ, ਪਰਮਰਾਜ ਉਮਰਾ ਨੰਗਲ ਦਾ ਵੀ ਲਿੰਕ ਹੈ। ਅੱਛਾ, ਇਸ ਕੇਸ 'ਚ ਵੀ ਹੈਗਾ? ਪਰਮਰਾਜ ਉਮਰਾ ਨੰਗਲ ਦੇ ਨਾਲ ਪੂਲੇ ਦੀ ਬੜੀ ਦੋਸਤੀ ਸੀ, ਇਹ ਨੈੱਟ 'ਤੇ ਸਰਚ ਕਰਕੇ ਦੇਖੋ। ਹੁਣ ਉਹੀ ਉਮਰਾ ਨੰਗਲ ਦੀ ਦੋਸਤੀ ਪੂਲੇ ਨਾਲ ਹੈ, ਉਹੀ ਉਮਰਾ ਨੰਗਲ ਸੁਮੇਧ ਸਿੰਘ ਸੈਣੀ ਦਾ ਸੱਜਾ ਹੱਥ ਹੈ। ਸੁਮੇਧ ਸਿੰਘ ਸੈਣੀ ਨੂੰ ਫੇਕ ਐਨਕਾਊਂਟਰ ਦੇ ਵਿੱਚ ਪਹੁੰਚਾਉਂਦਾ ਉਮਰਾ ਨੰਗਲ ਨੂੰ, ਇਨ ਰਿਟਰਨ ਉਮਰਾ ਨੰਗਲ ਨੂੰ ਬਰਗਾੜੀ ਭੇਜਿਆ ਜਾਂਦਾ ਹੈ। ਬਰਗਾੜੀ ਜਾ ਕੇ ਇਨੋਸੈਂਟ ਪਬਲਿਕ 'ਤੇ ਫਾਇਰਿੰਗ ਹੁੰਦੀ ਹੈ। ਐਟ ਦੀ ਐਂਡ ਆਫ ਦੀ ਡੇ ਸਫਰ ਕਰਨ ਵਾਲੀ ਇਨੋਸੈਂਟ ਪਬਲਿਕ ਹੀ ਨਿਕਲਦੀ ਹੈ। ਤੁਸੀਂ ਦੇਖੋਗੇ ਜਟਾਨਾ ਫੈਮਿਲੀ ਟੋਟਲੀ ਇਨੋਸੈਂਟ, ਦੇ ਵਰ ਕਿਲਡ। ਬਰਗਾੜੀ ਬਹਿਬਲ ਕਲਾਂ ਦੇ ਵਿੱਚ ਜੋ ਹੋਇਆ, ਇਨੋਸੈਂਟ ਪਬਲਿਕ 'ਤੇ ਫਾਇਰਿੰਗ ਹੋ ਗਈ। ਇਸ ਲਈ ਭਾਵੇਂ ਕੋਈ ਸਰਕਾਰ ਹੋਵੇ, ਜਦੋਂ ਮੁੱਦੇ ਇਹੋ ਜਿਹੇ ਦੱਬੇ ਜਾਂਦੇ ਹੈ, ਇੱਕ ਪਬਲਿਕ ਰਿਸਪੌਂਸ ਹਮੇਸ਼ਾ ਡੈਮੋਕ੍ਰੇਸੀ ਦੇ ਵਿੱਚ ਬੈਲਟ ਬਾਕਸ ਦੇ ਵਿੱਚ ਰਿਫਲੈਕਟ ਹੋਊਗਾ। ਔਰ ਇੱਥੇ ਵੀ ਸ਼ਾਇਦ ਉਹੀ ਚੀਜ਼ ਹੋਈ ਹੈ।
ਜਿਹੜੀ ਚੀਜ਼ ਕਰਕੇ ਮੈਂ ਫੀਲ ਕਰਦਾ ਜੇ ਕਿਸੇ ਵੀ ਸਰਕਾਰ ਨੂੰ ਐਕਚੁਅਲੀ ਪਬਲਿਕ ਦੇ ਗ੍ਰੀਵੈਂਸਸ ਐਡਰੈਸ ਕਰਨੇ ਹੈ ਤੇ ਉਹਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਇੱਕੋ ਹੀ ਹੈ ਕਿ ਪਬਲਿਕ ਦੀ ਐਕਸੈਸਿਬਿਲਿਟੀ 24 ਘੰਟੇ ਪੋਸੀਬਲ ਨਹੀਂ ਹੈ ਡਾਇਰੈਕਟਲੀ। ਟੈਕਨੋਲੋਜੀ ਦੇ ਏਰੀਆ ਦੇ ਵਿੱਚ ਈਜ਼ੀਐਸਟ ਵੇ ਆਊਟ ਇਜ਼ ਤੁਸੀਂ ਇੱਕ ਵੈਬ ਪੋਰਟਲ ਸ਼ੁਰੂ ਕਰੋ, ਉਹਨਾਂ ਨੂੰ ਕਹੋ ਜੀ ਜਿਹਦੇ ਖਿਲਾਫ ਤੁਸੀਂ ਕੰਪਲੇਂਟ ਦੇਣੀ ਹੈ ਇੱਕ ਐਫੀਡੇਵਿਟ ਦੇ ਨਾਲ ਕੰਪਲੇਂਟ ਦੇ ਦਿਓ। ਐਫੀਡੇਵਿਟ ਦੇ ਵਿੱਚ ਤੁਸੀਂ ਆਪਣੀ ਡਿਟੇਲ ਦਿੰਦੇ ਹੋ, ਕਹਿੰਦੇ ਹੋ ਕਿ ਜੀ ਮੈਂ ਐਫੀਡੇਵਿਟ ਤੇ ਕਹਿ ਰਿਹਾ, ਮੈਂ ਝੂਠ ਨਹੀਂ ਕਹਿ ਰਿਹਾ, ਜੇ ਝੂਠ ਹੋਇਆ ਤੇ ਮੇਰੇ ਖਿਲਾਫ ਕਾਰਵਾਈ ਕਰ ਲਓ। ਉਹ ਐਫੀਡੇਵਿਟ ਜਿਹੜੀ ਕੰਪਲੇਂਟ ਦੇ ਨਾਲ ਤੁਸੀਂ ਲਾ ਕੇ ਫਾਈਲ ਕਰੋ, ਗਵਰਨਮੈਂਟ ਉਹ ਕੰਪਲੇਂਟ ਪੋਰਟਲ ਦੇ ਉੱਤੇ ਆਟੋਮੈਟਿਕਲੀ ਇਹ ਕੋਈ ਕੰਪਲੇਂਟਸ ਦੱਬੀਆਂ ਨਾ ਜਾਣ, ਕੁਝ ਨਹੀਂ ਹੋਵੇ, ਉਹ ਕੰਪਲੇਂਟਸ ਦੇ ਉੱਤੇ ਇਨਕੁਆਇਰੀ ਹੋਵੇ। ਜਦੋਂ ਇਨਕੁਆਇਰੀ ਹੋ ਜੇ ਉਹ ਕੰਪਲੇਂਟ ਉਸ ਤੋਂ ਬਾਅਦ ਮਤਲਬ ਇਨਕੁਆਇਰੀ ਰਿਪੋਰਟ ਵੀ ਮੈਂ ਕਹਿੰਦਾ ਉੱਥੇ ਅਪਲੋਡ ਕੀਤੀ ਜਾ ਸਕਦੀ ਹੈ। ਟੋਟਲ ਕੰਪਲੀਟ ਇਨਕੁਆਇਰੀ ਰਿਪੋਰਟ ਅਪਲੋਡ ਹੋਵੇ। ਉਹਦੇ ਮਲਟੀਪਲ ਫਾਇਦੇ ਨੇ। ਪਹਿਲਾ ਫਾਇਦਾ ਉਹਦਾ ਇਹ ਹੁੰਦਾ ਹੈ ਕਿ ਜਿਹਨੇ ਕੰਪਲੇਂਟ ਦਿੱਤੀ ਹੈ ਉਹਨੂੰ ਵੀ ਪਤਾ ਲੱਗ ਰਿਹਾ ਜੀ ਮੇਰੀ ਇਨਕੁਆਇਰੀ ਕੰਪਲੇਂਟ ਦੇ ਉੱਤੇ ਕੀ ਹੋ ਰਹੀ ਹੈ, ਕੀ ਐਕਸ਼ਨ ਹੋ ਰਿਹਾ ਹੈ, ਕੀ ਆਊਟਕਮ ਹੋ ਰਿਹਾ, ਨਹੀਂ ਤਾਂ ਇਹ ਦੱਸਦੇ ਹੀ ਨਹੀਂ। ਬੰਦੇ ਨੂੰ ਕਹਿੰਦੇ ਜੀ ਆਰਟੀਆਈ 'ਚ ਲੈ ਲਓ, ਅਸੀਂ ਇਨਫੋਰਮ ਨਹੀਂ ਕੀਤਾ, ਭਾਵੇਂ ਸੁਪਰੀਮ ਕੋਰਟ ਕਹਿੰਦੀ ਹੈ ਇਨਫੋਰਮ ਕਰਨਾ ਮੈਂਡੇਟਰੀ ਹੈ। ਆਰਟੀਆਈ ਦੇ ਵਿੱਚ ਬੰਦਾ ਖੱਜਲ ਹੋਈ ਜਾਂਦਾ ਹੈ, ਉਹਨੂੰ ਰਿਕਾਰਡ ਨਹੀਂ ਦਿੰਦੇ, ਠੀਕ ਹੈ। ਦੂਜੀ ਗੱਲ, ਆਮ ਬੰਦੇ ਨੂੰ ਇਹ ਕਦੇ ਵੀ ਪਤਾ ਨਹੀਂ ਲੱਗਦਾ ਕਿ ਮੇਰੇ ਅਗੇਂਸਟ ਜੋ ਚੀਜ਼ਾਂ ਮੈਂ ਕਿਸੇ ਆਫਿਸਰ ਦੇ ਖਿਲਾਫ ਜੇ ਕੰਪਲੇਂਟ ਦਿੱਤੀ ਹੈ ਉਸ ਆਫਿਸਰ ਦੇ ਖਿਲਾਫ ਕਿੰਨੀਆਂ ਕੰਪਲੇਂਟਸ ਹੈ। ਹੁਣ ਮੈਂ ਜੇ ਸਰਕਾਰ ਨੂੰ ਪੁੱਛਾਂ ਕਿ ਜੀ ਉਮਰਾ ਨੰਗਲ ਦੇ ਖਿਲਾਫ ਕਿੰਨੀਆਂ ਕੰਪਲੇਂਟਸ ਹੈ, ਸੋ ਸਰਕਾਰ ਨੂੰ ਵੀ ਨਹੀਂ ਪਤਾ ਹੋਣਾ, ਬਿਲਕੁਲ ਨਹੀਂ ਪਤਾ ਹੋਣਾ। ਬਟ ਮੇਰੇ ਵਰਗੇ ਨੂੰ ਜੇ 3-4 ਪਤਾ ਹੈ ਜਾਂ 5-6 ਪਤਾ ਹੈ, ਹੋ ਸਕਦਾ ਉਹਦੇ ਖਿਲਾਫ 20 ਹੋਣ। ਇਹ ਚੀਜ਼ ਦਾ ਬਹੁਤ ਫਰਕ ਹੁੰਦਾ ਹੈ। ਸੋ ਇਸ ਚੀਜ਼ ਨੂੰ ਜੇ ਅਸੀਂ ਲਈਏ ਔਰ ਇਸ ਚੀਜ਼ ਨੂੰ ਅਸੀਂ ਕੰਸੀਡਰ ਕਰੀਏ, ਸੋ ਸਾਡੇ ਲਈ ਸਭ ਤੋਂ ਜ਼ਰੂਰੀ ਚੀਜ਼ ਇਹ ਹੁੰਦੀ ਹੈ ਕਿ ਆਫਿਸਰ ਦੇ ਖਿਲਾਫ ਚੀਜ਼ਾਂ ਪਬਲਿਕ ਡੋਮੇਨ 'ਚ ਹੋਣ, ਤਾਂ ਕਿ ਮੰਨ ਲਓ ਕਿਸੇ ਅਨਨੋਨ ਬੰਦੇ ਨੇ ਕੰਪਲੇਂਟ ਦੇਣੀ ਹੈ, ਉਹ ਪੋਰਟਲ ਦੇ ਉੱਤੇ ਜਾ ਕੇ ਦੇਖ ਸਕੇ ਕਿ ਇਸ ਆਫਿਸਰ ਦੇ ਖਿਲਾਫ ਕਿੰਨੀਆਂ ਕੰਪਲੇਂਟਸ ਹੈ, ਉਹਨੂੰ ਕਿਸ ਤਰ੍ਹਾਂ ਸਰਕਾਰ ਪ੍ਰੋਟੈਕਟ ਕਰ ਰਹੀ ਹੈ, ਕਿਸ ਤਰ੍ਹਾਂ ਉਹਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਉਸ ਚੀਜ਼ ਦੇ ਉੱਤੇ ਐਕਸ਼ਨ ਹੋ ਜਾਏ। ਸੋ ਉਸ ਚੀਜ਼ ਲਈ ਮੈਂ ਫੀਲ ਕਰਦਾ ਉਸ ਤੋਂ ਬਾਅਦ ਗਵਰਨਮੈਂਟ ਵੀ ਪ੍ਰੈਸ਼ਰ 'ਚ ਆਉਂਦੀ ਹੈ ਔਰ ਪਬਲਿਕ ਵੀ ਥੋੜ੍ਹਾ ਜਿਹਾ ਉਸ ਚੀਜ਼ ਨੂੰ ਐਕਸੈਪਟ ਕਰਕੇ ਪਬਲਿਕ ਇਹ ਸਮਝੂਗੀ ਕਿ ਸਰਕਾਰ ਉਹਨਾਂ ਦੇ ਬੈਨੀਫਿਟ ਲਈ ਕੰਮ ਕਰ ਰਹੀ ਹੈ। ਚਲੋ ਥੈਂਕ ਯੂ ਸਰ। ਥੈਂਕ ਯੂ। ਇਹ ਸੀਗੇ ਪ੍ਰਦੀਪ ਵਰਗੀ ਜੀ, ਜਿਨ੍ਹਾਂ ਤੋਂ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਵੀ SYL ਜਿਹੜਾ ਗਾਣਾ ਰਿਲੀਜ਼ ਹੋਇਆ, ਸਿੱਧੂ ਮੂਸੇਵਾਲੇ ਦਾ ਜਿਹੜਾ ਮਰਡਰ ਹੋਇਆ ਔਰ ਸੰਗਰੂਰ ਲੋਕ ਸਭਾ ਬਾਈ ਇਲੈਕਸ਼ਨ ਦੇ ਜਿਹੜੇ ਰਿਜ਼ਲਟ ਆਏ, ਇਹ ਸਾਰੇ ਆਪਸ 'ਚ ਕਿਤੇ ਨਾ ਕਿਤੇ ਜੁੜੇ ਹੋਏ ਨੇ। ਔਰ ਇਹ ਸਾਰਾ ਜਿਹੜਾ ਮਾਮਲਾ ਹੈਗਾ ਇਹ ਘੁੰਮ ਫਿਰ ਕੇ ਉਹੀ ਬੈਬਰ ਕਲਾਂ ਬਰਗਾੜੀ ਵਾਲੇ ਕੇਸ 'ਚ ਜਿਹੜੇ ਬੰਦੇ ਸੀਗੇ ਉਹੀ ਇਹਨਾਂ ਕੇਸਾਂ 'ਚ ਵੀ ਨਜ਼ਰ ਆਉਂਦੇ ਆ। ਮਤਲਬ ਕਿ ਇਹ ਤੁਸੀਂ ਦੇਖੋਗੇ ਇਹ ਕਿਤੇ ਨਾ ਕਿਤੇ ਇਹ ਆਪਸ 'ਚ ਸਾਰੇ ਮਾਮਲੇ ਜੁੜੇ ਹੋਏ ਨੇ। ਔਰ ਤੁਸੀਂ ਦੇਖੋ ਹਾਲੇ ਤੱਕ ਜਿਹੜੇ ਸੰਬੰਧਿਤ ਅਧਿਕਾਰੀ ਆ ਉਹਨਾਂ 'ਤੇ ਕੋਈ ਐਕਸ਼ਨ ਨਹੀਂ ਹੋਇਆ। ਕਿੰਨਾ ਪੁਰਾਣਾ ਮਾਮਲਾ ਚੱਲਿਆ ਆ ਰਿਹਾ ਔਰ ਉਸ ਤੋਂ ਪਹਿਲੇ ਦਾ SYL ਮਾਮਲਾ ਹੈਗਾ। ਔਰ SYL ਇੱਕ ਵਾਰ ਫਿਰ ਜਦੋਂ ਸਿੱਧੂ ਮੂਸੇਵਾਲੇ ਦਾ ਗਾਣਾ ਰਿਲੀਜ਼ ਹੋਇਆ ਉਸ 'ਤੇ ਇੱਕ ਵਾਰੀ ਫਿਰ ਜਿਹੜਾ ਉਹ ਇਹ ਮੁੱਦਾ ਜੀਵਿਤ ਹੋ ਗਿਆ। ਹੁਣ ਇਹ ਮੁੱਦਾ ਵੀ ਬਰਗਾੜੀ ਬਹਿਬਲ ਕਲਾਂ ਮੁੱਦੇ ਦੀ ਤਰ੍ਹਾਂ ਨਾਲ ਚੱਲੇਗਾ। ਰਿਜ਼ਲਟ ਕੀ ਨਿਕਲਦਾ ਇਹ ਆਉਣ ਵਾਲਾ ਸਮੇਂ ਦੱਸੇਗਾ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਸੋਨੀ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ। ਮੀਆਂ ਮੁਰਾਦ ਅਲੀ ਜੀ ਖੁਦਾ ਦੇ ਘਰ ਦੇਰ ਹੈ ਅੰਧੇਰ ਨਹੀਂ। ਹਰ ਸਮੱਸਿਆ ਦਾ ਸਮਾਧਾਨ। ਸਮੱਸਿਆ ਜਿਵੇਂ ਲਵ ਮੈਰਿਜ, ਵਸ਼ੀਕਰਨ, ਕਿੱਤਾ ਕਿਰਾਇਆ, लॉटरी नंबर होवे या लूटो मैक्स 649। मेरे और मेरे पति के बीच में बहुत अनबन रहती थी, जिसकी वजह से मैं बहुत सारे तांत्रिकों से मिली पर मुझे कोई समाधान नहीं मिला। उसके बाद मैं मियां मुराद अली जी से मिली, जिससे कि अब मैं अपने वैवाहिक जीवन में बहुत खुश हूँ। ਪਹਿਲਾਂ ਮੇਰਾ ਲਵ ਮੈਰਿਜ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਬਣ ਰਿਹਾ ਸੀ, ਬਹੁਤ ਜਗ੍ਹਾ ਤੇ ਧੱਕੇ ਖਾਏ। ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਮੀਆਂ ਮੁਰਾਦ ਜੀ ਅਲੀ ਬਾਰੇ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਵਾਹਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ। ਕਾਰੋਬਾਰ ਇੱਕਦਮ ਠੱਪ ਹੋ ਗਿਆ ਸੀ, ਅਸੀਂ ਬੜੇ ਔਖੇ ਹੋ ਗਏ। ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ। ਉਹਨਾਂ ਨੇ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋਂ ਨਿਪਟਾਰਾ ਕਰ ਦਿੱਤਾ। ਹੁਣ ਅਸੀਂ ਬਹੁਤ ਖੁਸ਼। ਹੁਣੇ ਕਾਲ ਕਰੋ 98 417 18786 97797 24075।